ਬੀ ਸੋਸ਼ਲ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਮਨਜੀਤ ਸਿੰਘ ਰਾਜਪੁਰਾ ਹੋਰਾਂ ਦੀ ਆਵਾਜ਼ ਵਿੱਚ ਕਹਾਣੀ ਜਦੋਂ ਕੋਈ ਰੱਜਦਾ ਨਹੀਂ। ਇਹ ਕਹਾਣੀ ਉਹਨਾਂ ਸਮਿਆਂ ਦੀ ਹੈ ਜਦੋਂ ਰਜਾਈਆਂ 'ਚ ਬੈਠ ਕੇ ਬੇਬੇ, ਬਾਪੂ, ਬਾਬੇ ਨਿਆਣਿਆਂ ਨੂੰ ਕਹਾਣੀਆਂ ਸੁਣਾਇਆ ਕਰਦੇ ਸੀ। ਉਦੋਂ ਅਸਲ 'ਚ ਸਮਾਂ ਵੀ ਬਹੁਤ ਹੁੰਦਾ ਸੀ ਅਤੇ ਸੁਣਨ ਵਾਲਿਆਂ ਕੋਲ ਸਬਰ ਵੀ ਬਹੁਤ ਹੁੰਦਾ ਸੀ। ਅਤੇ ਕਹਾਣੀ ਸੁਣ ਕੇ ਬੰਦੇ ਨੂੰ ਇੱਦਾਂ ਲੱਗਦਾ ਸੀ ਜਿਵੇਂ ਅੰਦਰ ਅੰਦਰ ਭਰਿਆ ਹੁੰਦਾ, ਬੰਦਾ ਅੰਦਰੋਂ ਰੱਜ ਜਾਂਦਾ ਹੈ। ਪਰ ਇਸ ਕਹਾਣੀ ਦਾ ਨਾਂ ਹੈ ਜਦੋਂ ਕੋਈ ਰੱਜਦਾ ਨਹੀਂ। ਲਓ ਜੀ, ਕਹਾਣੀ ਸੁਣੋ। ਕਹਿੰਦੇ ਇੱਕ ਕਰਨੀ ਵਾਲੇ ਮਹਾਤਮਾ ਹੁੰਦੇ ਸੀ ਅਤੇ ਇੱਕ ਬੰਦਾ ਰੋਜ਼ ਆ ਕੇ ਉਹਨਾਂ ਦੀ ਸੇਵਾ ਕਰਦਾ। ਕਦੇ ਉਹ ਉਸ ਮਹਾਤਮਾ ਲਈ ਪ੍ਰਸ਼ਾਦੇ ਲੈ ਕੇ ਆਉਂਦਾ, ਕਦੇ ਮਠਿਆਈ। ਉਹ ਬੰਦੇ ਦਾ ਨਾਂ ਮਨਸਾ ਸੀ ਅਤੇ ਉਸ ਮਹਾਤਮਾ ਦੇ ਸਮਝੋ ਉਸ ਬਾਬੇ ਦੇ ਕੋਲ ਬੈਠਿਆ ਰਹਿੰਦਾ। ਇੱਕ ਦਿਨ ਉਹ ਬੈਠਿਆ ਸੀ ਤਾਂ ਮਹਾਤਮਾ ਨੇ ਪੁੱਛਿਆ, ਕਹਿੰਦੇ ਭਗਤਾ ਅੱਜ ਘਰ ਨਹੀਂ ਜਾਣਾ? ਉਹ ਕਹਿਣ ਲੱਗਿਆ, ਮਹਾਰਾਜ ਘਰ ਤਾਂ ਕਹਿੰਦੇ ਭੁੱਖ ਨੰਗ ਬਹੁਤ ਵਰਤੀ ਪਈ ਹੈ, ਕੋਈ ਬਖਸ਼ਿਸ਼ ਕਰੋ, ਕੋਈ ਮਿਹਰ ਕਰੋ। ਮਹਾਤਮਾ ਮੁਸਕਰਾ ਪਏ। ਉਹਨਾਂ ਨੇ ਇੱਕ ਦੀਵਾ ਕੱਢਿਆ ਆਪਣੇ ਆਸਣ 'ਚੋਂ, ਚੌਮੁਖੀਆ ਦੀਵਾ, ਅਤੇ ਮਨਸੇ ਨੂੰ ਦਿੰਦੇ ਹੋਏ ਕਹਿਣ ਲੱਗੇ, ਕਹਿੰਦੇ ਲੈ ਵੀ ਇਸ ਦੀਵੇ 'ਚੋਂ ਉਹ ਸਾਹਮਣੇ ਤੋਂ ਤੇਲ ਪਾ ਲੈ ਅਤੇ ਫਿਰ ਰਾਤ ਨੂੰ ਇੱਕ ਬੱਤੀ ਨੂੰ ਬਾਲ ਕੇ ਪੂਰਬ ਦਿਸ਼ਾ ਵੱਲ ਜਾਵੀਂ। ਜਿੱਥੇ ਬੱਤੀ ਬੁੱਝੇ ਉੱਥੇ ਜ਼ਮੀਨ ਖੋਦੀ, ਹੇਠੋਂ ਖਜ਼ਾਨਾ ਨਿਕਲੇਗਾ। ਜੇ ਉਸ ਖਜ਼ਾਨੇ ਨਾਲ ਕੰਮ ਸਰ ਜਾਵੇ ਤਾਂ ਠੀਕ ਹੈ, ਫਿਰ ਦੀਵਾ ਭੰਨ ਕੇ ਸੁੱਟ ਦੇਵੀਂ, ਨਹੀਂ ਤਾਂ ਫਿਰ ਦੂਜੀ ਰਾਤ ਨੂੰ ਉੱਤਰ ਜਾਂ ਪੱਛਮ ਦੀ ਦਿਸ਼ਾ ਵੱਲ ਜਾਵੀਂ। ਤਿੰਨਾਂ ਦਿਸ਼ਾਵਾਂ ਵੱਲ ਜਾਣ ਦਾ ਕੋਈ ਹਰਜ ਨਹੀਂ। ਮਹਾਤਮਾ ਕਹਿੰਦੇ ਪਰ ਚੌਥੀ ਦਿਸ਼ਾ ਵੱਲ ਨਾ ਜਾਈਂ। ਕਹਿੰਦੇ ਜੇ ਭੁੱਲ ਭੁਲੇਖੇ ਚਲਾ ਵੀ ਜਾਵੇਂ ਤਾਂ ਕਿਸੇ ਮਹਿਲ ਦੇ ਅੰਦਰ ਪੈਰ ਨਾ ਪਾਈਂ, ਅਤੇ ਕਹਿੰਦੇ ਜੇ ਮਹਿਲ ਦੇ ਅੰਦਰ ਚਲਾ ਜਾਵੇਂ ਤਾਂ ਹੇਠਾਂ ਵੱਲ ਪੌੜੀਆਂ ਨਾ ਉਤਰੀ। ਲਓ ਜੀ, ਮਨਸਾ ਕਹਿੰਦਾ ਠੀਕ ਹੈ ਮਹਾਰਾਜ, ਜਿਵੇਂ ਤੁਹਾਡਾ ਹੁਕਮ। ਉਹ ਮਹਾਤਮਾ ਤੋਂ ਆਗਿਆ ਲੈ ਕੇ ਘਰੇ ਆ ਗਿਆ ਅਤੇ ਜਦੋਂ ਰਾਤ ਪਈ ਤਾਂ ਉਸਨੇ ਫੇਰ ਮਹਾਤਮਾ ਦੇ ਕਹੇ ਮੁਤਾਬਕ ਚਮਖੀਏ ਦੀਵੇ ਦੀ ਇੱਕ ਜੋਤ ਬਾਲੀ ਅਤੇ ਚੜ੍ਹਦੇ ਵੱਲ ਤੁਰ ਪਿਆ। ਖਾਸੀ ਦੂਰ ਜਾ ਕੇ ਇੱਕ ਬੋਹੜ ਦੇ ਕੋਲ ਪਹੁੰਚ ਕੇ ਦੀਵਾ ਬੁਝ ਗਿਆ ਅਤੇ ਜਦੋਂ ਮਨਸੇ ਨੇ ਉੱਥੋਂ ਮਿੱਟੀ ਪੁੱਟੀ ਤਾਂ ਖਜ਼ਾਨਾ ਨਿਕਲਿਆ, ਬਹੁਤ ਵੱਡਾ ਖਜ਼ਾਨਾ। ਪਰ ਮਨਸੇ ਨੂੰ ਇਹ ਪੈਸਾ, ਰੁਪਈਆ, ਇਹ ਦੌਲਤ ਬਹੁਤ ਥੋੜ੍ਹੀ ਲੱਗੀ। ਕੁਝ ਦਿਨਾਂ ਬਾਅਦ ਫੇਰ ਉਸਨੇ ਦੀਵੇ ਦੀ ਜੋਤ ਬਾਲ ਕੇ ਦੂਜੀ ਦਿਸ਼ਾ ਵੱਲ ਤਿਆਰੀ ਕਰ ਦਿੱਤੀ ਅਤੇ ਤੁਰਦੇ ਤੁਰਦੇ ਜਿੱਥੇ ਦੀਵੇ ਦੀ ਜੋਤ ਬੁਝੀ ਉੱਥੋਂ ਉਸਨੇ ਜ਼ਮੀਨ ਪੁੱਟੀ ਤਾਂ ਹੇਠੋਂ ਹੀਰੇ ਨਿਕਲੇ, ਜਵਾਹਰਾਤ ਨਿਕਲੇ। ਪਰ ਮਨਸੇ ਦਾ ਮਨ ਫੇਰ ਵੀ ਨਾ ਭਰਿਆ, ਰੱਜ ਨਹੀਂ ਆਇਆ, ਅਤੇ ਰੱਜ ਹੀ ਸਭ ਤੋਂ ਵੱਡਾ ਸਵਾਲ ਹੈ। ਫਿਰ ਉਹ ਦੀਵਾ ਲੈ ਕੇ ਤੀਜੀ ਦਿਸ਼ਾ ਵੱਲ ਗਿਆ। ਜਿੱਥੇ ਦੀਵਾ ਬੁਝਿਆ ਉੱਥੋਂ ਉਸਨੇ ਧਰਤੀ ਪੁੱਟੀ ਤਾਂ ਅਸ਼ਰਫੀਆਂ ਨਿਕਲੀਆਂ। ਬਹੁਤ ਸਾਰੇ ਹੀਰੇ, ਮੋਤੀ, ਜਵਾਹਰਾਤ, ਅਸ਼ਰਫੀਆਂ ਇਕੱਠੇ ਹੋ ਗਏ ਅਤੇ ਬਹੁਤ ਸਾਰਾ ਧਨ ਲੈ ਕੇ ਘਰੇ ਆ ਗਿਆ ਅਤੇ ਆਨੰਦ ਨਾਲ ਜਿਹੜਾ ਹੈਗਾ ਉਹ ਰੁਪਈਏ ਜਿਹੜੇ ਹੈਗੇ ਖਰਚ ਕਰਕੇ ਪੂਰੀ ਜ਼ਿੰਦਗੀ ਮਾਣਨ ਲੱਗ ਪਿਆ। ਪਰ ਮਨ ਦੇ ਅੰਦਰ ਭਟਕਣ ਨਹੀਂ ਮੁੱਕੀ, ਰੱਜ ਨਹੀਂ ਆਇਆ ਵੀ ਅਜੇ ਹੋਰ ਚਾਹੀਦਾ, ਹੋਰ ਚਾਹੀਦਾ। ਅਤੇ ਉਹਦੇ ਦਿਮਾਗ 'ਚ ਖਿਆਲ ਆਉਂਦਾ ਸੀ ਵਾਰ-ਵਾਰ ਵੀ ਮਹਾਤਮਾ ਨੇ ਕਿਹਾ ਸੀ ਕਿ ਚੌਥੀ ਦਿਸ਼ਾ ਜਿਹੜੀ ਦੱਖਣ ਦਿਸ਼ਾ ਰਹਿ ਗਈ ਹੈ, ਉੱਧਰ ਨਾ ਜਾਵੀਂ। ਉਹਦੇ ਮਨ 'ਚ ਖਿਆਲ ਆਇਆ ਕਿ ਉੱਧਰ ਕੀ ਹੋ ਸਕਦਾ ਹੈ, ਉੱਥੇ ਜ਼ਰੂਰ ਇਸ ਤੋਂ ਵੀ ਵੱਡਾ ਕੋਈ ਖਜ਼ਾਨਾ ਹੋਏਗਾ। ਉਸਦੇ ਮਨ ਦੇ ਅੰਦਰ ਉਬਲਾ ਚੁੱਭੜੀ ਲੱਗ ਗਈ ਵੀ ਉਹ ਖਜ਼ਾਨਾ ਲੱਭਿਆ ਜਾਵੇ। ਲਓ ਜੀ, ਫਿਰ ਉਹ ਇੱਕ ਰਾਤ ਨੂੰ ਨੇ ਕੀ ਕੀਤਾ, ਚਮਖੀਏ ਦੀਵੇ ਦੀ ਚੌਥੀ ਬੱਤੀ ਬਾਲ ਲਈ ਅਤੇ ਦੱਖਣ ਦਿਸ਼ਾ ਵੱਲ ਤੁਰ ਪਿਆ, ਭਟਕਣ ਨੂੰ ਖਤਮ ਕਰਨ ਵਾਸਤੇ, ਰੱਜ ਦੀ ਭਾਲ ਵਿੱਚ। ਕਾਫੀ ਦੇਰ ਤੁਰਨ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਮਹਿਲ ਆਇਆ, ਜਿਸ ਦੇ ਦਰਵਾਜ਼ੇ ਕੋਲ ਜਾ ਕੇ ਬੱਤੀ ਬੁਝ ਗਈ। ਮਨਸਾ ਫਿਰ
ਚਾਈਂ ਮਹਿਲ ਦੇ ਅੰਦਰ ਵੜਨ ਲੱਗਾ। ਪਰ ਜਦੋਂ ਉਹ ਮਹਿਲ ਦੇ ਅੰਦਰ ਜਾਣ ਲੱਗਾ ਤਾਂ ਉਸਨੂੰ ਮਹਾਤਮਾ ਦੀ ਗੱਲ ਯਾਦ ਆ ਗਈ ਕਿ ਮਹਿਲ ਦੇ ਅੰਦਰ ਨਾ ਜਾਈਂ। ਹੁਣ ਉਹ ਖੜ ਕੇ ਸੋਚਣ ਲੱਗ ਗਿਆ ਕਿ ਮਹਿਲ ਦੇ ਅੰਦਰ ਜਾਵਾਂ ਜਾਂ ਨਾ ਜਾਵਾਂ। ਫਿਰ ਉਸਨੇ ਆਪ ਹੀ ਆਪਣੇ ਮਨ ਨੂੰ ਸਮਝਾਇਆ ਕਿ ਮਹਿਲ ਦੇ ਅੰਦਰ ਜਾਣ 'ਚ ਕੀ ਹਰਜ ਹੈ, ਅੰਦਰ ਕੀ ਹੋ ਸਕਦਾ ਹੈ, ਦੇਖਿਆ ਜਾਵੇ। ਚਲੋ ਜੀ, ਉਸਨੇ ਇੱਕ ਝਰੋਖੇ 'ਚ ਜਦੋਂ ਅੰਦਰ ਵੇਖਿਆ ਤਾਂ ਕਮਰੇ ਧਨ ਦੌਲਤ ਨਾਲ ਭਰੇ ਪਏ ਸੀ। ਕਿਤੇ ਹੀਰੇ ਮੋਤੀਆਂ ਦੇ ਢੇਰ, ਬਹੁਤ ਕੀਮਤੀ ਵਸਤਾਂ, ਕੱਪੜੇ, ਕੋਈ ਅੰਤ ਹੀ ਨਹੀਂ ਸੀ। ਮਨਸਾ ਕਈ ਕਮਰਿਆਂ 'ਚੋਂ ਲੰਘਦਾ ਹੋਇਆ ਉੱਥੇ ਪੁੱਜ ਗਿਆ। ਜਦੋਂ ਉਹ ਉੱਥੇ ਪੌੜੀਆਂ ਉਤਰਨ ਲੱਗਾ ਤਾਂ ਉਸਨੂੰ ਫੇਰ ਮਹਾਤਮਾ ਦੀ ਗੱਲ ਯਾਦ ਆ ਗਈ ਕਿ ਪੌੜੀਆਂ ਨਾ ਉਤਰੀ। ਪਰ ਹੇਠਾਂ ਤੋਂ ਬਹੁਤ ਹੀ ਕੰਨਾਂ ਨੂੰ ਮਿੱਠਾ ਲੱਗਣ ਵਾਲਾ ਸੰਗੀਤ ਸੁਣਾਈ ਦੇ ਰਿਹਾ ਸੀ, ਜਿਵੇਂ ਕੋਈ ਸੁੰਦਰੀ ਕੋਈ ਸਾਜ਼ ਵਜਾ ਰਹੀ ਹੋਵੇ। ਮਨਸਾ ਕਾਹਲੀ ਕਾਹਲੀ ਹੇਠਾਂ ਉਤਰਿਆ। ਕਈ ਕਮਰਿਆਂ ਵਿੱਚੋਂ ਲੰਘ ਕੇ ਅਖੀਰ ਉਹ ਕੋਠੇ 'ਚ ਪੁੱਜਾ, ਜਿੱਥੇ ਇੱਕ ਚਿੱਟੀ ਦਾੜੀ ਵਾਲਾ ਬਾਬਾ ਚੱਕੀ ਪੀ ਰਿਹਾ ਸੀ। ਨਵੇਂ ਆਦਮੀ ਨੂੰ ਵੇਖ ਕੇ ਬਾਬੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮਨਸੇ ਨੇ ਬਾਬੇ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਬੈਠਾ ਕੀ ਕਰਦਾ ਹੈ। ਬਾਬਾ ਕਹਿਣ ਲੱਗਾ, ਮੈਂ ਇਸ ਮਹਿਲ ਦਾ ਮਾਲਕ ਹਾਂ। ਇਹ ਚੱਕੀ ਜਦ ਤੱਕ ਚੱਲਦੀ ਰਹੇਗੀ, ਇਹ ਮਹਿਲ ਉਦੋਂ ਤੱਕ ਖੜਾ ਰਹੇਗਾ। ਜੇ ਮਹਿਲ ਡਿੱਗ ਪਿਆ ਤਾਂ ਅਸੀਂ ਸਾਰੇ ਹੇਠਾਂ ਆ ਕੇ ਮਰ ਜਾਵਾਂਗੇ। ਤੂੰ ਜਰਾ ਚੱਕੀ ਝੋ, ਮੈਂ ਤੇਰੇ ਲਈ ਕੁਝ ਕੀਮਤੀ ਪਦਾਰਥ ਲਿਆਉਂਦਾ। ਇਹ ਕਹਿ ਕੇ ਬਾਬੇ ਨੇ ਚੱਕੀ ਦਾ ਹੱਥਾ ਮਨਸੇ ਨੂੰ ਫੜਾਇਆ। ਮਨਸੇ ਦੇ ਚੱਕੀ ਨੂੰ ਗੇੜਾ ਦੇਣ ਦੀ ਢਿੱਲ ਸੀ ਕਿ ਬਾਬਾ ਮੁਸਕਰਾਇਆ। ਫਿਰ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਕਹਿਣ ਲੱਗਾ, ਵੇਖ, ਮੈਨੂੰ ਇੱਥੇ 12 ਸਾਲ ਹੋ ਗਏ ਨੇ ਚੱਕੀ ਪੀਂਦੇ ਨੂੰ। ਮੈਂ ਵੀ ਇੱਦਾਂ ਹੀ ਆਇਆ ਸੀ। ਤੂੰ ਉਦੋਂ ਤੱਕ ਚੱਕੀ ਪੀਸਦਾ ਰਹੀਂ ਜਦ ਤੱਕ ਕੋਈ ਨਵਾਂ ਬੰਦਾ ਇੱਥੇ ਤੇਰੀ ਮਦਦ ਲਈ ਨਾ ਆ ਜਾਵੇ। ਮੈਂ ਹੁਣ ਚੱਲਦਾ ਹਾਂ। ਇਹ ਸਭ ਮਹਿਲ ਤੇਰੇ ਨੇ। ਜੇ ਚੱਕੀ ਪੀਣੀ ਬੰਦ ਕਰ ਦੇਵੇਂਗਾ ਤਾਂ ਇਹ ਮਹਿਲ ਤੇਰੇ ਤੇ ਡਿੱਗ ਪੈਣਗੇ ਤੇ ਤੂੰ ਮਰ ਜਾਵੇਂਗਾ। ਖਬਰਦਾਰ ਰਹੀ। ਤੇ ਬਾਬਾ ਸ਼ੁਕਰਾਨਾ ਕਰਦਾ ਹੋਇਆ ਮਹਿਲ 'ਚੋਂ ਬਾਹਰ ਨਿਕਲ ਗਿਆ ਤੇ ਮਨਸੇ ਦੀ ਅਗਲੀ 12 ਸਾਲ ਦੀ ਕੈਦ ਉੱਥੇ ਸ਼ਾਇਦ ਸ਼ੁਰੂ ਹੋ ਗਈ।